ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਾਜਦੀਪ ਤੇ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਕਬਾੜ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ। ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੇ ਵਿੱਚ ਵਾਪਰੀ ਘਟਨਾ। ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ। ਲੱਖਾਂ ਦਾ ਸਮਾਨ ਸੜ ਕੇ ਹੋਇਆ ਸਵਾਹ। ਜਾਨੀ ਨੁਕਸਾਨ ਤੋਂ ਰਿਹਾ ਬਚਾਅ। ਭੇਦਭਰੇ ਹਾਲਾਤਾਂ ਵਿੱਚ ਮਿਲੀ ਨੌਜਵਾਨ ਦੀ ਲਾਸ਼। ਦਰਖਤ ਦੇ ਨਾਲ ਲਟਕਦੀ ਪਾਈ ਗਈ ਲਾਸ਼। ਪਿੰਡ ਟੂਸੇ ਦਾ ਰਹਿਣ ਵਾਲਾ ਸੀ ਨੌਜਵਾਨ। ਪਰਿਵਾਰ ਨੇ ਮੌਤ ਦੇ ਕਾਰਨਾਂ ਤੇ ਚੁੱਕੇ ਨੇ ਸਵਾਲ। ਪੁਲਿਸ ਨੇ ਲਾਸ਼ ਨੂੰ ਭੇਜਿਆ ਪੋਸਟਮਾਰਟਮ ਦੇ ਲਈ। ਜਗਰਾਉਂ ਦੇ ਕਿਸਾਨਾਂ ਨੇ ਕੱਸੀ ਕਮਰ। ਦਿੱਲੀ ਘੇਰਨ ਦੀ ਕੀਤੀ ਤਿਆਰੀ। ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਤੇ ਅੜੇ ਨੇ ਕਿਸਾਨ। शिवरात्रि महोत्सव कमेटी की बैठक। शोभा यात्रा कड्ढण की कीती तैयारी। हरिद्वार महाकुंभ मौके कड्ढी जाएगी शहर दे विच शोभा यात्रा। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੇ ਵਿੱਚ ਇੱਕ ਕਬਾੜ ਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਦਮਕਲ ਅਧਿਕਾਰੀ ਦੇ ਮੁਤਾਬਿਕ ਇਹ ਅੱਗ ਸਵੇਰੇ 12 ਵਜੇ ਦੇ ਆਸ-ਪਾਸ ਲੱਗੀ ਅਤੇ ਦੇਖਦੇ ਹੀ ਦੇਖਦੇ ਇਸ ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ੱਕਤ ਦੇ ਨਾਲ ਇਸ ਅੱਗ ਤੇ ਕਾਬੂ ਪਾਇਆ, ਜਿਸ ਦੇ ਵਿੱਚ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਭਿਆਨਕ ਅੱਗ ਦੇ ਨਾਲ ਆਸਮਾਨ ਦੇ ਵਿੱਚ ਕਾਲਾ ਧੂੰਆਂ ਛਾ ਗਿਆ। ਦਮਕਲ ਅਧਿਕਾਰੀ ਦੇ ਮੁਤਾਬਿਕ ਅੱਗ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਇਹ ਸਰ 12:15 ਵਜੇ ਰਮੇਸ਼ ਕਬਾੜ ਦੀ ਦੁਕਾਨ ਹੈ ਕਿ ਸਰ ਸਲੇਮ ਟਾਬਰੀ ਪੀਰੂਬੰਦਾ ਮਹੱਲੇ ਦੇ ਵਿੱਚ। ਇੱਥੇ 12:15 ਵਜੇ ਸਰ ਸਾਨੂੰ ਇਤਲਾਹ ਮਿਲੀ ਸੀ ਵੀ ਫਾਇਰ ਹੋਈ ਆ। ਸਾਡਾ ਲੋਕਲ ਅੱਡਾ ਫਾਇਰ ਸਟੇਸ਼ਨ ਬਿਲਕੁਲ ਨਜ਼ਦੀਕ ਹੈਗਾ, ਜਿੱਥੋਂ ਅਸੀਂ 4 ਗੱਡੀਆਂ ਫਟਾਫਟ ਮੂਵ ਕਰਵਾਈਆਂ। ਇੱਥੇ ਪਹੁੰਚਣ ਤੋਂ ਬਾਅਦ ਪਤਾ ਲੱਗਾ ਵੀ ਅੱਗ ਬਹੁਤ ਜ਼ਿਆਦਾ ਹੈ। ਉਸ ਤੋਂ ਬਾਅਦ ਅਸੀਂ ਆਪਣੇ ਬਾਕੀ ਸਟੇਸ਼ਨਾਂ ਦੀਆਂ ਗੱਡੀਆਂ ਵੀ ਮੂਵ ਕਰਵਾਈਆਂ ਔਰ ਇਸ ਟਾਈਮ ਅੱਗ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ 90% ਜਿਹੜੀ ਹੈ ਕੰਟਰੋਲ ਹੈ। ਕੀ ਕਾਰਨ ਹੈ ਅੱਗ ਲੱਗਣ ਦਾ? ਇਹ ਸਰ ਅੱਗ ਦਾ ਕਾਰਨ ਸਰ ਇਸ ਟਾਈਮ ਹਾਲੇ ਮੇਰੀ ਇਨਵੈਸਟੀਗੇਸ਼ਨ ਅਸੀਂ ਕੀਤੀ ਨਹੀਂ ਹੈਗੀ, ਕਿਉਂਕਿ ਅਸੀਂ ਸਰ ਪਹਿਲਾਂ ਸਾਡਾ ਮਹੱਤਵ ਹੁੰਦਾ ਸਰ ਆਪਣੀ ਪਹਿਲਾਂ ਅੱਗ ਨੂੰ ਕੰਟਰੋਲ ਕਰੀਏ। ਅੱਗ ਕੰਟਰੋਲ ਕਰਨ ਤੋਂ ਬਾਅਦ ਸਰ ਦੇਖਦੇ ਹਾਂ ਕੀ ਕਾਰਨ ਸੀਗਾ। ਉਧਰ ਭੇਦਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋਏ ਰਾਏਕੋਟ ਦੇ ਪਿੰਡ ਟੂਸੇ ਦੇ 22 ਸਾਲਾ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਲਾਸ਼ ਪਿੰਡ ਅਕਾਲਗੜ੍ਹ ਦੇ ਖੇਤਾਂ ਦੇ ਵਿੱਚ ਇੱਕ ਦਰਖਤ ਦੇ ਨਾਲ ਲਟਕਦੀ ਹੋਈ ਮਿਲੀ। ਇਸ ਸੰਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਦੇ ਚਾਚਾ ਤੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਟੂਸੇ ਨੇ ਦੱਸਿਆ ਕਿ ਮ੍ਰਿਤਕ ਅੰਮ੍ਰਿਤਪਾਲ ਸਿੰਘ ਗੁਰੂਸਰ ਸੁਧਾਰ ਵਿਖੇ ਚੋਪੜਾ ਨਰਸਿੰਗ ਹੋਮ ਦੇ ਵਿੱਚ ਨੌਕਰੀ ਕਰਦਾ ਸੀ ਅਤੇ ਅਚਾਨਕ ਨਰਸਿੰਗ ਹੋਮ ਤੋਂ ਗਾਇਬ ਹੋ ਗਿਆ। ਨੌਜਵਾਨ ਦੇ ਪਿਤਾ ਅਤੇ ਭਰਾ ਫੌਜ ਦੇ ਵਿੱਚ ਨੌਕਰੀ ਕਰਦੇ ਨੇ। ਉਧਰ ਨੌਜਵਾਨ ਦੇ ਪਰਿਵਾਰ ਨੇ ਮੌਤ ਦੇ ਕਾਰਨਾਂ ਤੇ ਸ਼ੱਕ ਜ਼ਾਹਿਰ ਕਰਦੇ ਹੋਏ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਦੇ ਵੱਲੋਂ ਪੋਸਟਮਾਰਟਮ ਦੇ ਲਈ ਲਾਸ਼ ਨੂੰ ਭੇਜ ਦਿੱਤਾ ਗਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ। ਉਹ ਸਰ ਮੇਰਾ ਭਤੀਜਾ ਲੱਗਦਾ ਸੀਗਾ ਜੀ। ਅੱਛਾ। ਤੇ ਕੱਲ ਰਾਤੀ 7:15-16 ਤੇ ਨਾ ਚੋਪੜਾ ਨਰਸਿੰਗ ਹੋਮ ਤੋਂ ਨਿਕਲਿਆ ਜੀ। ਉਹ ਚੋਪੜਾ ਨਰਸਿੰਗ ਹੋਮ ਦੀ ਸਰਵਿਸ ਕਰਦਾ ਸੀਗਾ। ਉਹਨੂੰ ਫੋਨ ਆਉਂਦਾ ਜੀ, CCTV ਵਿੱਚ ਦਿਖਾਈ ਦੇ ਰਿਹਾ ਵਾ। ਜਦੋਂ ਫੋਨ ਆਉਂਦਾ ਅਚਾਨਕ ਫੋਨ ਕਰਦਾ ਬਾਹਰ ਨਿਕਲੇ ਹੁੰਦਾ ਸੀ। ਉਸ ਤੋਂ ਬਾਅਦ ਇੱਕਦਮ ਭੱਜ ਕੇ ਜਾਂਦਾ ਜੀ। ਅੱਛਾ। ਭੱਜਣ ਤੋਂ ਬਾਅਦ ਦੇ ਵਿੱਚ ਇਹ ਨਹੀਂ ਪਤਾ ਵੀ ਕਿੱਥੇ ਜਾਂਦਾ ਜੀ, ਕਿੱਥੇ ਨਹੀਂ ਜਾਂਦਾ। ਫਿਰ ਰਾਤ ਨੂੰ ਸਾਰੀ ਭਾਲ ਕੀਤੀ ਉਹਦੀ ਜੀ, ਕਿਸੇ ਪਾਸਿਓਂ ਨਹੀਂ ਮਿਲਦਾ ਜੀ। ਉਹ ਸਵੇਰੇ ਅਚਾਨਕ ਪਤਾ ਲੱਗਦਾ ਵੀ ਅਕਾਲਗੜ੍ਹ ਪਿੰਡ ਦੀ ਮੋਟਰ ਆ ਜੀ, ਉਹਦੇ ਉੱਪਰ ਉਸ ਦੀ ਲਾਸ਼ ਲਟਕਦੀ ਨਜ਼ਰ ਆਈ ਹੈ ਜੀ। ਲਾਸ਼ ਲਟਕਦੀ ਤੋਂ ਇਹ ਸਬੂਤ ਹੋ ਰਿਹਾ ਜੀ ਵੀ ਉਸ ਨੂੰ ਯਾਨੀ ਕਿ ਮਾਰ ਕੇ ਲਾਸ਼ ਟੰਗੀ ਗਈ ਹੈ ਜੀ। ਜਗਰਾਉਂ ਦੇ ਰੇਲਵੇ ਸਟੇਸ਼ਨ ਦੇ ਬਾਹਰ ਪਿਛਲੇ 52 ਦਿਨਾਂ ਤੋਂ ਕੇਂਦਰ ਸਰਕਾਰ ਖਿਲਾਫ ਧਰਨੇ ਤੇ ਬੈਠੇ ਕਿਸਾਨਾਂ ਨੇ 26 ਨਵੰਬਰ ਨੂੰ ਦਿੱਲੀ ਘੇਰਨ ਦੀ ਪੂਰੀ ਤਿਆਰੀ ਕਰ ਲਈ ਹੈ ਤੇ ਮੋਦੀ ਸਰਕਾਰ ਖਿਲਾਫ ਇਕੱਠੇ ਹੋ ਗਏ ਕਿਸਾਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਦਿੱਲੀ ਜਾਣ ਦਾ ਸੁਨੇਹਾ ਦਿੱਤਾ। ਇਸ ਮੌਕੇ ਕਿਸਾਨ ਆਗੂ ਕਮਲਜੀਤ ਖੰਨਾ ਨੇ ਕਿਹਾ ਕਿ ਜਗਰਾਉਂ ਇਲਾਕੇ ਦੇ ਵਿੱਚੋਂ ਪਹਿਲਾਂ ਵੀ ਕਿਸਾਨਾਂ ਨੇ ਵੱਧ ਚੜ੍ਹ ਕੇ ਕਿਸਾਨ ਅੰਦੋਲਨ ਦੇ ਵਿੱਚ ਯੋਗਦਾਨ ਪਾਇਆ ਅਤੇ ਹੁਣ ਇੱਕ ਵਾਰ ਫਿਰ ਦਿੱਲੀ ਨੂੰ ਘੇਰਨ ਦੇ ਵਿੱਚ ਜਗਰਾਉਂ ਇਲਾਕੇ ਦੇ ਕਿਸਾਨ ਪਹਿਲਾਂ ਨਾਲੋਂ ਵੱਡਾ ਸਹਿਯੋਗ ਦੇਣਗੇ। ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਬਚਾਉਣ ਲਈ ਅਤੇ ਜਾਗਰੂਕ ਕਰਨ ਦੇ ਲਈ ਫੂਲੇ ਸ਼ਾਹ ਅੰਬੇਦਕਰ ਲੋਕ ਜਗਾਊ ਮੰਚ ਦੇ ਵੱਲੋਂ ਇੱਕ ਰੈਲੀ ਕੱਢੀ ਗਈ, ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਜ਼ਾਹਿਰ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਨਸ਼ਾ ਪੰਜਾਬ ਦੀ ਨੌਜਵਾਨੀ ਨੂੰ ਢਾਹ ਲਗਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੇ ਅੱਗੇ ਬੇਬਸ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸੰਸਥਾ ਮੈਂਬਰਾਂ ਨੇ ਕੈਪਟਨ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ। ਜਿਹੜਾ ਅੱਜ ਦਾ ਪ੍ਰੋਟੈਸਟ ਆ, ਜਿਹੜਾ ਵੱਡਾ ਸਮਗਲਰ ਗੁਰਦੀਪ ਸਿੰਘ ਰਾਣੋ ਫੜਿਆ ਗਿਆ, ਸਿਰਫ ਉਹਦੇ ਉੱਤੇ ਕਾਰਵਾਈ ਲਈ ਲਿਪਾਪੋਚੀ ਕੀਤੀ ਜਾ ਰਹੀ ਹੈ। ਜਿਹੜੇ ਵੱਡੇ ਚਿਹਰੇ ਨੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਦਾ ਮੁੱਖ ਮੰਤਰੀ ਆ ਬਚਾ ਰਿਹਾ, ਕਿਉਂਕਿ ਉਹਦਾ OSD ਆ ਜਿਹੜਾ ਉਹ ਸਮਗਲਰ ਦੀ ਕਾਰ ਚਲਾ ਰਿਹਾ।
ਐਸਪੀ ਸਿੰਧ ਆ ਜਿਹੜਾ ਉਹਦਾ ਹਰ ਇੱਕ ਚੀਜ਼ ਦਾ ਰਾਜਦਾਰ ਆ। ਬਾਥਰੂਮ ਤੋਂ ਲੈ ਕੇ ਬੈਡਰੂਮ ਤੱਕ ਉਹਦੀਆਂ ਫੋਟੋਆਂ ਨੇ, ਹਰ ਤਰ੍ਹਾਂ ਦੀ ਉਹਦੀ ਐਕਟੀਵਿਟੀ ਦੇ ਨਾਲ ਆ। ਔਰ ਸਭ ਤੋਂ ਵੱਡਾ ਜੋ ਜਗਰਾਉਂ ਦਾ ਇੱਕ ਸਾਹ ਦੇ ਘਰੋਂ ਸਮਗਲਰ ਫੜੇ ਨੇ, ਉਹ ਸਾਹ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ। ਸਿਰਫ ਲਿਪਾ ਪੋਚੀ ਕਰਨ ਲਈ ਗੁਰਦੀਪ ਰਾਣੋ ਜੋ ਇੱਕ ਨੌਜਵਾਨ ਆ, ਉਹਨੂੰ ਉਲਝਾ ਕੇ ਉਹਦੇ ਉੱਤੇ ਸਾਰਾ ਕੁਝ ਇਹ ਕਾਰੋਬਾਰ ਪਾਉਣ ਦਾ ਜੋ ਚਿੱਟਾ ਫੜਿਆ ਗਿਆ, ਪਾਉਣ ਦੀਆਂ ਕੋਸ਼ਿਸ਼ਾਂ ਨੇ। ਕਿਉਂਕਿ ਸਰਕਾਰ ਚਾਹੁੰਦੀ ਹੈ ਵੀ ਸਿਰਫ ਨੌਜਵਾਨ ਨੂੰ ਫਸਾਇਆ ਜਾਵੇ, ਬਾਕੀ ਜਿਹੜੇ ਚਿੱਟ ਕਪੜੀਏ ਨੇ, ਖਾਕੀ ਵਰਦੀ ਧਾਰੀ ਨੇ, ਉਹਨਾਂ ਨੂੰ ਬਚਾਇਆ ਜਾਵੇ। ਇਸ ਲਈ ਪ੍ਰਸ਼ਾਸਨ ਔਰ ਸਰਕਾਰ ਦੀ ਨਲਾਇਕੀ ਆ। ਅਸੀਂ ਚਾਹੁੰਦੇ ਜਿਹੜੀ ਬਾਹੋ ਮਾਜਰਾ ਸ਼ਰਾਬ ਫੈਕਟਰੀ ਅਤੇ ਆ ਜਿਹੜੀ ਇੱਥੇ ਚਿੱਟੇ ਦੀ ਵੱਡੀ ਖੇਪ ਫੜੀ ਗਈ, ਇਹਦੀ CBI ਜਾਂਚ ਹੋਵੇ, ਕਿਉਂਕਿ ਮੁੱਖ ਮੰਤਰੀ ਦੇ ਅੰਡਰ STF ਉਹਨੂੰ ਬਚਾਊਗਾ ਹੀ ਬਚਾਊਗਾ, ਆਪਣੇ ਜਿੰਨੇ ਵੀ ਉਹਦੇ ਸਿਪਾਹ ਸਲਾਰ। ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਪ੍ਰੈਸ ਵਾਰਤਾ ਕਰਕੇ ਪੰਜਾਬ ਦੇ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਗਈ। ਮੀਡੀਆ ਦੇ ਨਾਲ ਰੂਬਰੂ ਹੁੰਦੇ ਹੋਏ ਪਾਰਟੀ ਮੁਖੀ ਪਵਨ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੱਧ ਰਹੀਆਂ ਗੈਂਗਸਟਰ ਹੱਤਿਆਵਾਂ ਦੇ ਬਾਰੇ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਿੰਦੂ ਨੇਤਾਵਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ, ਜਿਸ ਦੇ ਨਾਲ ਹਿੰਦੂ ਨੇਤਾਵਾਂ ਤੇ ਹਮਲੇ ਵੱਧ ਗਏ ਨੇ। ਉਹਨਾਂ ਨੇ CPI ਲੀਡਰ ਬਲਵਿੰਦਰ ਸਿੰਘ ਦੇ ਪਰਿਵਾਰ ਦੀ ਸੁਰੱਖਿਆ ਤੇ ਸਵਾਲ ਚੁੱਕੇ। ਉਹਨਾਂ ਨੇ ਕਿਹਾ ਹੈ ਕਿ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਨਗਰ ਨਿਗਮ ਚੋਣਾਂ ਅਤੇ ਕਾਊਸੈਸ ਦੇ ਬਾਰੇ ਵੀ ਸਵਾਲਾਂ ਦੇ ਜਵਾਬ ਦਿੱਤੇ। ਅੱਜ ਦੀ ਮੀਟਿੰਗ ਦਾ ਮੇਨ ਏਜੰਡਾ ਸੀ ਇੱਕ ਤਾਂ ਸੰਗਠਨ ਨੂੰ ਜਿਹੜੀਆਂ ਨਗਰ ਪਾਲਿਕਾ ਦੀਆਂ ਚੋਣਾਂ ਆ ਰਹੀਆਂ ਉਹਦੇ ਲਈ ਸੰਗਠਿਤ ਕਰਨਾ, ਉਹਨਾਂ ਨੂੰ ਮੋਟੀਵੇਟ ਕਰਨਾ, ਔਰ ਦੂਸਰਾ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਆਤੰਕਵਾਦੀ ਘਟਨਾਵਾਂ ਵੱਧ ਰਹੀਆਂ ਉੱਤੇ ਸ਼ਿਵ ਸੈਨਾ ਨੇ ਵਿਚਾਰ ਵਟਾਂਦਰਾ ਕੀਤਾ ਹੈ। ਔਰ ਅਸੀਂ ਇਹ ਪਾਇਆ ਹੈਗਾ ਕਿ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਗੈਂਗਸਟਰਾਂ ਵੱਲੋਂ ਹੱਤਿਆ ਹੋ ਰਹੀਆਂ ਉਹ ਖਾਲਿਸਤਾਨੀ ਅੱਤਵਾਦੀਆਂ ਦੇ ਪੁਨਰਗਠਨ ਕਰਕੇ ਨਵੀਂ ਰਣਨੀਤੀ ਬਣਾ ਕੇ ਗੈਂਗਸਟਰਾਂ ਨਾਲ ਮਿਲ ਕੇ ਮਾਰਿਆ ਜਾ ਰਿਹਾ ਹੈ। 3 ਜਿਹੜੀਆਂ ਪ੍ਰਮੁੱਖ ਘਟਨਾਵਾਂ ਹੋਈਆਂ ਉਹਦੇ ਵਿੱਚ ਪੁਲਿਸ ਨੇ ਨਿੱਜੀ ਰੰਜਿਸ਼ ਦੱਸਿਆ, ਪਰ ਲੇਕਿਨ ਉਹ ਗੈਂਗਸਟਰ ਖਾਲਿਸਤਾਨੀ ਅੱਤਵਾਦੀਆਂ ਨਾਲ ਮਿਲ ਕੇ ਉਹਨਾਂ ਨੇ ਹੱਤਿਆ ਕੀਤੀ। ਆਪਣੀ ਰਣਨੀਤੀ ਤੇ ਗੌਰ ਕਰਕੇ ਜੇ ਮੁੱਖ ਮੰਤਰੀ ਨੇ ਸਮਾਂ ਨਹੀਂ ਦਿੱਤਾ ਤਾਂ ਅਸੀਂ ਅਗਲੇ ਅੰਦੋਲਨ ਦੀ ਰਣਨੀਤੀ ਦੀ ਘੋਸ਼ਣਾ ਕਰਾਂਗੇ। ਲੁਧਿਆਣਾ ਦੇ ਵਾਰਡ ਨੰਬਰ 41 ਦੇ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਮੌਕੇ ਆਤਮ ਨਗਰ ਹਲਕਾ ਇੰਚਾਰਜ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਦੇ ਵੱਲੋਂ ਟੱਕ ਲਗਾ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਕਮਲਜੀਤ ਸਿੰਘ ਕੜਵਲ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ। ਸੋ ਅੱਜ ਸੱਗੂ ਜੀ ਦੇ ਵਾਰਡ ਦੇ ਵਿੱਚ ਜਿਹੜਾ ਲੇਬਰ ਕਲੋਨੀ ਦੇ ਵਿੱਚ ਜਨਤਾ ਨਗਰ ਦੀਆਂ ਸੜਕਾਂ ਦਾ 85 ਲੱਖ ਰੁਪਏ ਦੀ ਅਮਾਉਂਟ ਨਾਲ ਉਦਘਾਟਨ ਕੀਤਾ ਜਾ ਰਿਹਾ। ਮੈਂ ਸੱਗੂ ਸਾਹਿਬ ਨੂੰ ਮੁਬਾਰਕਬਾਦ ਦਿੰਦਾ, ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ, ਕਿਉਂਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਚਾਹੇ ਸੱਗੂ ਜੀ ਇਸ ਵਾਰਡ ਦੇ ਵਿੱਚੋਂ ਜਿੱਤ ਨਹੀਂ ਸਕੇ, ਪਰ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਦਿਨ ਰਾਤ ਇਹ ਆਪਦਾ ਕੰਮਕਾਰ ਛੱਡ ਕੇ ਹਮੇਸ਼ਾ ਗਲੀਆਂ ਪਾਰਕਾਂ ਦੇ ਵਿੱਚ ਬੜੇ ਰਹਿੰਦੇ ਆ। ਮੈਂ ਇਸ ਗੱਲ ਦੀ ਇਹਨਾਂ ਨੂੰ ਮੁਬਾਰਕਬਾਦ ਦਿੰਦਾ, ਕਿਉਂਕਿ ਸਭ ਤੋਂ ਵਧੀਆ ਜਿਹੜੀ ਪਰਫਾਰਮੈਂਸ ਵਾਰਡ ਇੰਚਾਰਜ ਦੇ ਵਿੱਚ ਦੇਖਾਂ, ਸੱਗੂ ਜੀ ਵਧੀਆ ਸੇਵਾ ਕਰ ਰਹੇ ਆ। ਸੋ ਤੁਹਾਨੂੰ ਯਕੀਨ ਦਿਵਾਉਂਦੇ ਆ, ਗੱਲਾਂ ਨਹੀਂ ਕੰਮ ਕਰਕੇ ਦਿਖਾਉਣ ਦੀਆਂ। ਅੱਜ ਹਲਕਾ ਆਤਮ ਨਗਰ ਵਾਰਡ ਨੰਬਰ 41 ਦੇ ਵਿੱਚ ਲੇਬਰ ਕਲੋਨੀ ਦੇ ਨਾਲ ਇੰਡਸਟਰੀ ਏਰੀਆ ਦੇ ਵਿੱਚ ਜਿਹੜਾ 85.88 ਲੱਖ ਦਾ ਕੰਮ ਸ਼ੁਰੂ ਹੋ ਰਿਹਾ, ਉਹ ਵੀ ਹਲਕਾ ਆਤਮ ਨਗਰ ਇੰਚਾਰਜ ਕਮਲਜੀਤ ਸਿੰਘ ਕੜਵਲ ਦੇ ਯਤਨਾਂ ਸਦਕਾ ਅਸੀਂ ਇਹਨਾਂ ਦੇ ਬਹੁਤ ਰਣੀ ਆ, ਜਿਨ੍ਹਾਂ ਨੇ ਕੰਮ ਨੂੰ ਪਹਿਲ ਦਿੱਤੀ ਆ। ਤੇ ਹੋਰ ਜਿਹੜੇ ਰਹਿੰਦੇ ਕੰਮ ਨੇ ਇਹਦੇ ਵਿੱਚ ਸਾਡੇ ਜਨਤਾ ਨਗਰ ਦੀਆਂ ਸੜਕਾਂ ਤੇ ਲੇਬਰ ਕਲੋਨੀ ਦੀਆਂ ਅੰਡਰ ਜਿਹੜੀਆਂ ਸੜਕਾਂ ਨੇ ਉਹ ਸਾਰੀਆਂ ਵਿੱਚ ਨੇ। ਇਹਦੇ ਹਰਿਦੁਆਰ ਵਿਖੇ ਮਹਾਕੁੰਭ ਦੇ ਮੌਕੇ ਤੇ ਲੁਧਿਆਣਾ ਦੇ ਵਿੱਚ ਵੀ ਭਗਵਾਨ ਸ਼ਿਵ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢਣ ਦੇ ਲਈ ਸ਼ਿਵ ਸ਼ਕਤੀ ਮੰਦਿਰ ਦੇ ਵੱਲੋਂ ਇੱਕ ਖਾਸ ਬੈਠਕ ਰੱਖੀ ਗਈ, ਜਿਸ ਦੇ ਵਿੱਚ ਸ਼ਿਵਰਾਤਰੀ ਮਹਾ ਉਤਸਵ ਕਮੇਟੀ ਦੇ ਵੱਲੋਂ ਇੱਕ ਵਿਸ਼ੇਸ਼ ਮੌਕੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਸ਼ੋਭਾ ਯਾਤਰਾ ਨੂੰ ਲੈ ਕੇ ਕਮੇਟੀ ਮੈਂਬਰਾਂ ਨੇ ਖਾਸ ਜਾਣਕਾਰੀ ਸਾਂਝੀ ਕੀਤੀ। ਸ਼ਿਵਰਾਤਰੀ ਮਹੋਤਸਵ ਕਮੇਟੀ ਦੀ 34ਵੀਂ ਵਿਸ਼ਾਲ ਸ਼ੋਭਾ ਯਾਤਰਾ ਨੂੰ ਲੈ ਕੇ ਜਿਹੜੀ ਹਰਿਦੁਆਰ ਦੇ ਮਹਾਕੁੰਭ ਦੇ ਅਵਸਰ ਦੇ ਉੱਤੇ इस बार गौकाट मंदिर तो रामलीला मैदान दृष्टि घंटा घर और संगला शिवाला उस तो फिर गौकाट मंदिर समापन होना है। 10 मार्च हरिद्वार महाकुंभ शुरू होएगा, लुधियाने महाकुंभ 10 मार्च बुधवार को यह महाकुंभ लगेगा। इस अवसर के उत्ते शिव शक्ति मंदिर दे विच मीटिंग कैलाश शर्मा सिविल लाइन दे विच संपन्न हुई है, जिसकी अध्यक्षता हरी सग्गर जी ने, डॉक्टर चौहान जी ने और उन्होंने चेयरमैन साहब ने की है। बैठक है 34ਵੀਂ विशाल शोभा यात्रा। ਸਾਨੂੰ ਮੈਂ 21 ਸਾਲ ਦਾ ਸੀ ਜਦੋਂ ਸ਼ਿਵਰਾਤਰੀ ਮਹੋਤਸਵ ਕਮੇਟੀ ਦੇ ਵਿੱਚ ਅਸੀਂ ਸ਼ਾਮਲ ਹੋਏ ਸੀ। ਹੁਣ ਮੈਂ ਜ਼ੋਨਲ ਇੰਚਾਰਜ ਵੀ ਹਾਂ ਸ਼ਿਵਰਾਤਰੀ ਮਹੋਤਸਵ ਕਮੇਟੀ ਦਾ। ਔਰ ਅੱਜ ਸਾਨੂੰ ਇੱਕ ਬੜਾ ਖੁਸ਼ੀ ਦਾ ਦਿਨ ਮਿਲਿਆ। ਇੰਨੀ ਕਰੋਨਾ ਦੀ ਮਹਾਮਾਰੀ ਵਾਈ ਹੋਣ ਦੇ ਬਾਵਜੂਦ ਵੀ ਸਾਡੇ ਜਿੰਨੇ ਵੀ ਮੈਂਬਰ ਸਾਡੇ ਪਰਿਵਾਰ ਹਨ, ਅਸੀਂ ਇਕੱਠੇ ਹੋਏ ਹਾਂ। ਇਕੱਠੇ ਹੋਣ ਦੇ ਬਾਅਦ ਹੀ ਸਾਡੇ ਮਨ 'ਚ ਇੱਕ ਬੜੀ ਖੁਸ਼ੀ ਦੀ ਲਹਿਰ ਆਈ ਹੈ।
ਮਾਨਵ ਕਲਿਆਣ ਸੇਵਾ ਟਰਸਟ ਦੇ ਵੱਲੋਂ ਭਗਵਾਨ ਸ਼੍ਰੀ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਮੁੱਖ ਰੱਖ ਕੇ ਦ੍ਰਿਸ਼ੀ ਮੈਦਾਨ ਦੇ ਵਿੱਚ ਇੱਕ ਭਰਵਾਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੰਸਥਾ ਮੈਂਬਰਾਂ ਦੇ ਵੱਲੋਂ ਭਗਵਾਨ ਵਾਲਮੀਕੀ ਜੀ ਦੇ ਦਿਖਾਏ ਰਸਤੇ ਤੇ ਚੱਲਣ ਦੇ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ। ਅੱਜ ਦਾ ਦਿਨ ਬਹੁਤ ਹੀ ਵਿਰਾਟ ਵਾਲਮੀਕੀ ਸਮਾਗਮ ਹੋ ਰਿਹਾ ਹੈ। ਇਸ ਦੇ ਵਿੱਚ ਸਾਰੇ ਹੀ ਲੁਧਿਆਣਾ ਦੇ ਵਾਸੀ ਇਹਦੇ ਵਿੱਚ ਭਾਗ ਲੈ ਰਹੇ ਹੈ। ਪਰਮਪਿਤਾ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਪ੍ਰਮਾਤਮਾ ਇਹ ਸਾਰੇ ਸਮਾਜ ਨੂੰ ਇਤਫਾਕ ਬਖਸ਼ੀ, ਸ਼ਕਤੀ ਦੇਈ, ਤਾਂ ਜੋ ਇਕੱਠੇ ਹੋ ਕੇ ਤੇਰਾ ਨਾਮ ਜਪਣ ਦੇ ਵਿੱਚ ਕਿਸੇ ਵੀ ਕੁਤਾਹੀ ਨਾ ਆ ਜਾਵੇ। ਅੱਜ ਜਿਹੜਾ ਅਸੀਂ ਦ੍ਰਿਸ਼ੀ ਦੇ ਵਿੱਚ ਪ੍ਰੋਗਰਾਮ ਕਰ ਰਹੇ ਸੀਗੇ ਵਿਰਾਟ ਵਾਲਮੀਕੀ ਸੰਮੇਲਨ, ਉਹ ਸਾਡੀ ਨਜ਼ਰਾਂ ਦੇ ਵਿੱਚ ਵਿਰਾਟ ਹੋਇਆ ਵਾ, ਕਿਉਂਕਿ ਪਬਲਿਕ ਨੇ ਪੂਰਾ ਸਾਡਾ ਸਾਥ ਦਿੱਤਾ ਵਾ। ਜਿੱਥੇ ਜਿੱਥੇ ਲੋਕਾਂ ਨੂੰ ਅਸੀਂ ਕਿਹਾ ਸੀ, ਸਾਰੇ ਲੋਕ ਉੱਥੇ ਵੱਧ ਚੜ ਕੇ ਆਏ ਆ। ਔਰ ਜਿਹੜੇ ਨੇਤਾ ਆਏ ਸੀਗੇ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਲਾਇਆ ਕਿ ਉਹਨਾਂ ਜਿਹੜੇ ਸਮੱਸਿਆਵਾਂ ਹੈਗੀਆਂ ਸਾਡੀਆਂ ਉਹਨਾਂ ਨੂੰ ਹੱਲ ਕਰਵਾਉਣਗੇ। ਤਾਂ ਅਸੀਂ ਪੂਰੇ ਲੁਧਿਆਣੇ ਵਾਸੀਆਂ ਨੂੰ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਕਿ ਸਾਡਾ ਪ੍ਰੋਗਰਾਮ ਜਿਹੜਾ ਕਾਮਯਾਬ ਹੋਇਆ ਵਾ। ਉਧਰ ਸਮਾਜ ਦੇ ਵਿੱਚ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਮਕਸਦ ਦੇ ਨਾਲ ਜਨਤਾ ਕੀ ਆਵਾਜ਼ ਨਾਮ ਦੀ ਸੰਸਥਾ ਬਣਾਈ ਗਈ ਹੈ, ਜਿਸ ਦੇ ਵਿੱਚ ਸੰਸਥਾ ਦੇ ਅਹੁਦੇਦਾਰਾਂ ਦੀ ਬੈਠਕ ਹੋਈ ਅਤੇ ਉਹਨਾਂ ਦੇ ਵੱਲੋਂ ਆਮ ਲੋਕਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਗਿਆ। मैं रमन शर्मा, जनता की आवाज़ ਦਾ ਪ੍ਰਧਾਨ, ਰਾਸ਼ਟਰੀ ਪ੍ਰਧਾਨ। ਸਾਡਾ ਜਨਤਾ ਦੀ ਆਵਾਜ਼ ਬਣਾਉਣ ਦਾ ਮੇਨ ਉਦੇਸ਼ ਇਹ ਆ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਵੀ ਜਨਤਾ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਲਈ ਇਹ ਜਿਹੜੇ ਜਨਤਾ ਦੀ ਆਵਾਜ਼ ਸੰਗਠਨ ਆ, ਇਹ ਸਾਰੀ ਜਨਤਾ ਦੀ ਆਵਾਜ਼ ਜਿਹੜੀ ਕਿ ਅਸੀਂ ਪ੍ਰਸ਼ਾਸਨ ਤੱਕ ਤੇ ਜਿਹੜੇ ਸੱਤਾ ਦੇ ਵਿੱਚ ਬੈਠੇ ਆ ਕੁਰਸੀਆਂ ਤੇ ਮੰਤਰੀ, MLA, MP ਤੱਕ ਵੀ ਅਸੀਂ ਲੋਕਾਂ ਦੀ ਆਵਾਜ਼ ਪਹੁੰਚਾ ਸਕੀਏ। ਅਸੀਂ ਲੋਕਾਂ ਦੀ ਆਵਾਜ਼ ਬਣਨ ਲਈ ਇਹ ਜਨਤਾ ਦੀ ਆਵਾਜ਼ ਸੰਗਠਨ ਦਾ ਸ਼ੁਰੂਆਤ ਕੀਤੀ ਹੈ। ਮੈਂ ਜਗੇਸ਼ ਬਖਸ਼ੀ, ਨੈਸ਼ਨਲ ਵਾਈਸ ਚੇਅਰਮੈਨ ਜਨਤਾ ਦੀ ਆਵਾਜ਼। ਅੱਜ ਸਾਡੇ ਨੈਸ਼ਨਲ ਚੇਅਰਮੈਨ ਅਜੀਤ ਸੱਗੜ ਜੀ ਤੇ ਨੈਸ਼ਨਲ ਪ੍ਰਧਾਨ ਸਾਹਿਬ ਰਮਨ ਸ਼ਰਮਾ ਜੀ, ਅੱਜ ਸਾਰੇ ਦੋਸਤਾਂ ਭਰਾਵਾਂ ਨਾਲ ਮਿਲ ਕੇ ਅਸੀਂ ਇੱਕ ਜਨਤਾ ਦਾ ਸੰਗਠਨ ਬਣਾਇਆ ਵਾ। ਜਿਹੜੀ ਜਨਤਾ ਦੀ ਜਿਹੜੀ ਆਵਾਜ਼ ਹੈਗੀ ਹੈ ਉਹ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਅਸੀਂ ਜਨਤਾ ਦੀ ਆਵਾਜ਼ ਬਣ ਕੇ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ, ਤਾਂ ਕਿਸੇ ਬੰਦੇ ਨੂੰ ਜਿਹਨੂੰ ਨਿਆਂ ਨਹੀਂ ਮਿਲਦਾ ਉਹਨੂੰ ਨਿਆਂ ਦਿਵਾਉਣ ਵਾਸਤੇ ਸਰਕਾਰ ਤੱਕ ਅਸੀਂ ਆਪਣੀ ਆਵਾਜ਼ ਪਹੁੰਚਾਵਾਂਗੇ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਕਬਾੜ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ। ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੇ ਵਿੱਚ ਵਾਪਰੀ ਘਟਨਾ। ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ। ਲੱਖਾਂ ਦਾ ਸਮਾਨ ਸੜ ਕੇ ਹੋਇਆ ਸਵਾਹ। ਜਾਨੀ ਨੁਕਸਾਨ ਤੋਂ ਰਿਹਾ ਬਚਾਅ। ਭੇਦ ਭਰੇ ਹਾਲਾਤਾਂ ਵਿੱਚ ਮਿਲੀ ਨੌਜਵਾਨ ਦੀ ਲਾਸ਼। ਦਰਖਤ ਦੇ ਨਾਲ ਲਟਕਦੀ ਪਾਈ ਗਈ ਲਾਸ਼। ਪਿੰਡ ਟੂਸੇ ਦਾ ਰਹਿਣ ਵਾਲਾ ਸੀ ਨੌਜਵਾਨ। ਪਰਿਵਾਰ ਨੇ ਮੌਤ ਦੇ ਕਾਰਨਾਂ ਤੇ ਚੁੱਕੇ ਨੇ ਸਵਾਲ। ਪੁਲਿਸ ਨੇ ਲਾਸ਼ ਨੂੰ ਭੇਜਿਆ ਪੋਸਟਮਾਰਟਮ ਦੇ ਲਈ। ਜਗਰਾਉਂ ਦੇ ਕਿਸਾਨਾਂ ਨੇ ਕੱਸੀ ਕਮਰ। ਦਿੱਲੀ ਘੇਰਨ ਦੀ ਕੀਤੀ ਤਿਆਰੀ। ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਤੇ ਅੜੇ ਨੇ ਕਿਸਾਨ। ਸ਼ਿਵਰਾਤਰੀ ਮਹਾਉਤਸਵ ਕਮੇਟੀ ਦੀ ਬੈਠਕ। ਸ਼ੋਭਾ ਯਾਤਰਾ ਕੱਢਣ ਦੀ ਕੀਤੀ ਤਿਆਰੀ। ਹਰਿਦੁਆਰ ਮਹਾਕੁੰਭ ਮੌਕੇ ਕੱਢੀ ਜਾਵੇਗੀ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ। ਤੇ ਜੇਕਰ ਤੁਸੀਂ ਕੋਈ ਸੁਝਾਅ ਜਾਂ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਆਈਡੀ ਹੈ www.news@fastway.in। ਲੁਧਿਆਣਾ ਖਬਰਨਾਮਾ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।